ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀਆਂ 3 ਕਵਿਤਾਵਾਂ ਬਾਰੇ ਗੱਲ ਕਰਾਂਗੇ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦਾ ਪ੍ਰਸਿੱਧ ਕਵੀ ਹੈ, ਜਿਸ ਦਾ ਜਨਮ 8 ਅਕਤੂਬਰ 1937 ਈਸਵੀ ਨੂੰ ਹੋਇਆ। ਇਸ ਦੇ ਪਿੰਡ ਦਾ ਨਾਂ ਲੋਟੀਆਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਇਹਨਾਂ ਦੀ ਮਾਤਾ ਦਾ ਨਾਂ ਸ਼੍ਰੀਮਤੀ ਸ਼ਾਂਤੀ ਦੇਵੀ ਤੇ ਪਿਤਾ ਸ਼੍ਰੀ ਕ੍ਰਿਸ਼ਨ ਗੋਪਾਲ ਸੀ। ਇਹਨਾਂ ਨੇ ਪਹਿਲਾਂ ਮੈਟ੍ਰਿਕ ਕੀਤੀ, ਫਿਰ FSC ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਕੁਝ ਸਮਾਂ ਪਟਵਾਰੀ ਦੇ ਤੌਰ ਤੇ ਨੌਕਰੀ ਕੀਤੀ ਤੇ ਫਿਰ ਇਹ ਆਪਣਾ ਜਿਹੜਾ ਹੈ ਲਿਖਤ ਦਾ ਕੰਮ ਉਸ ਨੂੰ ਹੀ ਅਪਣਾ ਲਿਆ। ਇਹਨਾਂ ਦੇ ਗੀਤ ਹੈ ਜਿਹੜੇ ਉਹ ਬਿਰਹਾ ਨਾਲ ਭਰੇ ਹੋਏ ਹੁੰਦੇ ਸੀ ਤੇ ਗਾਉਂਦਾ ਵੀ ਸ਼ਿਵ ਕੁਮਾਰ ਹੈ ਜਿਹੜਾ ਉਹ ਬਹੁਤ ਹੀ ਵਧੀਆ ਸੀ। ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਦਰਦ ਸੀ, ਇੱਕ ਸੋਜ ਸੀ। ਜਦੋਂ ਵੀ ਸ਼ਿਵ ਕੁਮਾਰ ਸਟੇਜ ਤੋਂ ਗਾਉਂਦਾ ਤਾਂ ਉੱਥੇ ਸੁਣਨ ਵਾਲਿਆਂ ਦੀਆਂ ਭੀੜਾਂ ਲੱਗ ਜਾਂਦੀਆਂ। ਇਹਨਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਕਈ ਕਾਵਿ ਪੁਸਤਕਾਂ ਦਿੱਤੀਆਂ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਹੈ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਲੂਣਾ, ਆਰਤੀ, ਮੈਂ ਤੇ ਮੈਂ। ਇਹਨਾਂ ਦਾ ਜਿਹੜਾ ਕਾਵਿ ਸੰਗ੍ਰਹਿ ਬਿਰਹਾ ਤੂ ਸੁਲਤਾਨ ਬਹੁਤ ਹੀ ਪ੍ਰਸਿੱਧ ਹੋਇਆ ਤੇ ਇਹਨਾਂ ਦੀ ਕਾਵਿ ਰਚਨਾ ਲੂਣਾ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਵੀ ਪ੍ਰਾਪਤ ਹੋਇਆ। ਇਹ ਕਵੀ ਹੈ ਜਿਹੜਾ ਬਹੁਤ ਛੋਟੀ ਉਮਰ ਭੋਗ ਕੇ 1973 ਈਸਵੀ ਨੂੰ ਸਾਰੇ ਸੰਸਾਰ ਤੋਂ ਵਿਦਾ ਹੋ ਗਿਆ। ਸਾਡਾ ਜਿਹੜਾ ਪਾਠਕ੍ਰਮ ਹੈ ਉਹਦੇ ਵਿੱਚ 3 ਇਹਨਾਂ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ: ਧਰਮੀ ਬਾਬਲਾ, ਆਰਤੀ ਤੇ ਢੋਲ ਵਜਾਊ। ਤਾਂ ਇਹ ਕਵਿਤਾਵਾਂ ਨੇ ਜਿਹੜੀਆਂ ਤੁਹਾਨੂੰ ਪ੍ਰੀਖਿਆ ਦੇ ਵਿੱਚ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਊਗੀ। ਦੂਸਰਾ, ਇਹਨਾਂ ਦੇ ਕੇਂਦਰੀ ਭਾਵ ਪੁੱਛੇ ਜਾਣਗੇ ਤੇ ਤੀਸਰਾ, ਇਹਨਾਂ ਦੇ ਵਿੱਚੋਂ ਵਸਤੂਨਿਸ਼ਠ ਪ੍ਰਸ਼ਨ ਭਾਵ ਛੋਟੇ ਪ੍ਰਸ਼ਨ ਨੇ ਜਿਹੜੇ ਉਹ ਪੁੱਛੇ ਜਾਣਗੇ। ਤਾਂ ਜਦੋਂ ਅਸੀਂ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ ਤਾਂ ਪਹਿਲਾਂ ਉਹਦੇ ਵਿੱਚ ਅਸੀਂ ਪ੍ਰਸੰਗ ਲਿਖਦੇ ਹਾਂ। ਪ੍ਰਸੰਗ ਦੇ ਵਿੱਚ ਸਾਨੂੰ ਸਾਡੀ ਪਾਠ ਪੁਸਤਕ ਦਾ ਨਾਂ, ਕਵੀ ਦਾ ਨਾਂ ਤੇ ਕਵਿਤਾ ਦਾ ਨਾਂ ਪਤਾ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਅਸੀਂ ਕਵਿਤਾ ਦੇ ਬਾਰੇ, ਕਵੀ ਹੈ ਜਿਹੜਾ ਉਹ ਇਸ ਕਵਿਤਾ ਦੇ ਵਿੱਚ ਕੀ ਕਹਿਣਾ ਚਾਹੁੰਦਾ ਹੈ, ਜੋ ਵੀ ਤੁਕਾਂ ਤੁਹਾਨੂੰ ਦਿੱਤੀਆਂ ਗਈਆਂ ਉਹਨਾਂ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ, ਉਹਨੂੰ ਅਸੀਂ ਸੰਖੇਪ ਦੇ ਵਿੱਚ ਲਿਖਦੇ ਹਾਂ ਤੇ ਉਸ ਤੋਂ ਬਾਅਦ ਵਿਆਖਿਆ ਸਿਰਲੇਖ ਦੇ ਕੇ ਉਹਨਾਂ ਸਤਰਾਂ ਦੀ ਵਿਆਖਿਆ ਕਰਦੇ ਹਾਂ। ਤਾਂ ਮੈਂ ਤੁਹਾਨੂੰ ਹੁਣ ਇਹ ਜਿਹੜੀ ਕਵਿਤਾਵਾਂ ਨੇ ਇਹਨਾਂ ਦੀ ਵਿਆਖਿਆ ਕਰਕੇ ਦੱਸਦੀ ਹਾਂ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਕੇਂਦਰੀ ਭਾਵ ਹੈ ਜਿਹੜੇ ਉਹਨਾਂ ਬਾਰੇ ਗੱਲ ਕਰਾਂਗੇ। ਜੇ ਤੁਸੀਂ ਇਹਨਾਂ ਦੀ ਵਿਆਖਿਆ ਧਿਆਨ ਨਾਲ ਸੁਣੋਗੇ ਤਾਂ ਵਸਤੂਨਿਸ਼ਠ ਪ੍ਰਸ਼ਨ ਹੈ ਜਿਹੜੇ ਉਹਨਾਂ ਦੇ ਜਵਾਬ ਤੁਸੀਂ ਬਹੁਤ ਸੌਖੀ ਤਰ੍ਹਾਂ ਨਾਲ ਦੇ ਸਕਦੇ ਹੋ। ਤਾਂ ਪਹਿਲੀ ਕਵਿਤਾ ਹੈ ਧਰਮੀ ਬਾਬਲਾ। ਅਸੀਂ ਪਹਿਲਾਂ ਇਹ ਕਵਿਤਾ ਹੈ ਜਿਹੜੀ ਉਹ ਪੂਰੀ ਪੜ੍ਹਦੇ ਹਾਂ। ਇਹ ਬਹੁਤ ਹੀ ਸੋਹਣੀ ਕਵਿਤਾ ਹੈ ਕਿ ਜਿਸ ਨੂੰ ਗਾਇਆ ਵੀ ਜਾ ਸਕਦਾ ਹੈ। ਜਦ ਪੈਣ ਕਪਾਹੀ ਫੁੱਲ ਵੇ ਧਰਮੀ ਬਾਬਲਾ, ਸਾਨੂੰ ਉਹ ਰੁੱਤ ਲੈ ਦੇਈ ਮੁੱਲ ਵੇ ਧਰਮੀ ਬਾਬਲਾ। ਇਸ ਰੁੱਤੇ ਮੇਰਾ ਗੀਤ ਗਵਾਚਾ, ਜਿਹਦੇ ਗਲ ਬਿਰਹੋਂ ਦੀ ਗਾਨੀ। ਮੁਖ ਤੇ ਕਿੱਲ ਗਮਾਂ ਦੇ, ਨੈਣੀ ਉਜੜੇ ਖੂਹ ਦਾ ਪਾਣੀ। ਗੀਤ ਕੇ ਜਿਸ ਨੂੰ ਹੋਠ ਛੁਹਾਇਆ, ਜਾਏ ਕਥੂਰੀ ਹੁੱਲ ਵੇ ਧਰਮੀ ਬਾਬਲਾ। ਸਾਨੂੰ ਗੀਤੋਂ ਲੈ ਦੇਈ ਮੁੱਲ ਵੇ ਧਰਮੀ ਬਾਬਲਾ। ਇੱਕ ਦਿਨ ਮੈਂ ਤੇ ਗੀਤ ਮੇਰੇ ਇਸ ਟੂਣੇ ਹਾਰੀ ਰੁੱਤੇ। ਦਿਲਾਂ ਦੀ ਧਰਤੀ ਵਾਹੀ ਗੋਡੀ, ਬੀਜੇ ਸੁਪਨੇ ਸੁੱਚੇ। ਲੱਖ ਨੈਣਾਂ ਦੇ ਪਾਣੀ ਸਿੰਜੇ, ਪਰ ਨਾ ਲੱਗੇ ਫੁੱਲ ਵੇ ਧਰਮੀ ਬਾਬਲਾ। ਸਾਨੂੰ ਇੱਕ ਫੁੱਲ ਲੈ ਦੇਈ ਮੁੱਲ ਵੇ ਧਰਮੀ ਬਾਬਲਾ। ਕਿਹੜੇ ਕਾਮੇ ਮਿਲਖ ਜਗੀਰਾਂ, ਜੇ ਧੀਆਂ ਕੁਮਲਾਈਆਂ।
ਕਿਹੜੇ ਕੰਮ ਤੇਰੇ ਮਾਨ ਸਰੋਵਰ, ਹੰਸਨੀਆਂ ਤਿਰਹਾਈਆਂ। ਕਿਹੜੇ ਕੰਮ ਖਿਲਾਰੀ ਤੇਰੀ, ਚੋਗ ਮੋਤੀਆਂ ਤੁਲ, ਵਿਧਰਮੀ ਬਾਬਲਾ। ਜੇ ਰੁੱਤ ਨਾ ਲੈ ਦੇ ਮੁੱਲ, ਵਿਧਰਮੀ ਬਾਬਲਾ। ਜਦ ਪੈਣ ਕਪਾਹੀ ਫੁੱਲ, ਵਿਧਰਮੀ ਬਾਬਲਾ। ਤਾਂ ਇਹ ਸਾਡੀ ਕਵਿਤਾ ਸੀ। ਇਹਦੀ ਵਿਆਖਿਆ ਹੈ ਬੱਚਿਓ ਕਿ ਇਹਨਾਂ ਤੁਕਾਂ ਦੇ ਵਿੱਚ ਕਵੀ ਹੈ ਜਿਹੜਾ ਇੱਕ ਆਪਣੇ ਪਿਤਾ ਕੋਲੋਂ ਸੋਹਣੀ ਰੁੱਤ ਦੀ ਮੰਗ ਕਰਦਾ ਹੈ। ਇਹ ਉਹ ਸੋਹਣੀ ਰੁੱਤ ਹੈ ਜਦੋਂ ਕਪਾਹਾਂ ਨੂੰ ਫੁੱਲ ਪੈਣ ਲੱਗਦੇ ਹੈ। ਉਹ ਚਾਹੁੰਦਾ ਹੈ ਕਿ ਉਹ ਰੁੱਤ ਉਸਦਾ ਪਿਤਾ ਉਸਨੂੰ ਮੁੱਲ ਲੈ ਕੇ ਦੇ ਦੇਵੇ, ਕਿਉਂਕਿ ਇਸ ਰੁੱਤੇ ਉਸਦਾ ਗੀਤ ਗਵਾਚ ਗਿਆ ਸੀ। ਇਹ ਉਹ ਗੀਤ ਸੀ ਜਿਹੜਾ ਉਸਨੇ ਬਿਰਹਾ ਦੇ ਵਿੱਚ ਲਿਖਿਆ ਸੀ। ਇਹ ਗੀਤ ਹੈ ਜਿਹੜਾ ਉਹ ਕਵੀ ਦੱਸਦਾ ਹੈ, ਉਹਦੀ ਪਹਿਚਾਣ ਦੱਸਦਾ ਹੈ ਕਿ ਉਹਦਾ ਮੁੱਖ ਹੈ ਜਿਹੜਾ ਉਹਦਾ ਚਿਹਰਾ ਹੈ, ਉਹਦੇ ਉੱਤੇ ਦੁੱਖ ਦੇ ਕਿੱਲ ਸੀ ਤੇ ਉਹਦੇ ਅੱਖਾਂ ਦੇ ਵਿੱਚ ਉਜੜਿਆ ਹੋਇਆਂ ਖੂਹਾਂ ਦਾ ਪਾਣੀ ਸੀ। ਇਹ ਅਜਿਹਾ ਗੀਤ ਸੀ ਜਿਸ ਨੂੰ ਜਦੋਂ ਗਾਇਆ ਜਾਂਦਾ ਸੀ ਤਾਂ ਚਾਰੇ ਪਾਸੇ ਵਾਤਾਵਰਨ ਦੇ ਵਿੱਚ ਸੁਗੰਧੀ ਫੈਲ ਜਾਂਦੀ ਸੀ। ਤਾਂ ਕਵੀ ਹੈ ਜਿਹੜਾ ਔਰਤ ਦੇ ਰੂਪ ਵਿੱਚ ਆਪਣੇ ਪਿਤਾ ਤੋਂ ਮੰਗ ਕਰਦਾ ਹੈ ਕਿ ਇਹ ਜਿਹੜਾ ਗੀਤ ਹੈ ਉਹ ਤੇ ਇਹ ਰੁੱਤ ਹੈ ਜਿਹੜੀ ਉਸ ਨੂੰ ਪਿਤਾ ਉਹਦਾ ਖਰੀਦ ਕੇ ਦੇਵੇ। ਨਾਲ ਹੀ ਉਹ ਬਿਆਨ ਕਰਦਾ ਹੈ ਕਿ ਇੱਕ ਦਿਨ ਮੈਂ ਤੇ ਮੇਰੇ ਗੀਤ ਨੇ ਇਸ ਸੋਹਣੀ ਰੁੱਤ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਕੁਝ ਸੁਪਨੇ ਹੈ ਜਿਹੜੇ ਉਹ ਬੀਜੇ ਸੀ। ਉਹ ਸੁਪਨਿਆਂ ਦੀ ਪਰਵਰਿਸ਼ ਆਪਣੇ ਅੱਖਾਂ ਦਾ ਪਾਣੀ ਦੇ ਦੇ ਕੇ ਕੀਤੀ ਸੀ, ਪਰ ਇਹ ਸੁਪਨੇ ਹੈ ਜਿਹੜੇ ਉਹ ਪੂਰੇ ਨਾ ਹੋਏ ਤੇ ਇਹਨਾਂ ਨੂੰ ਫੁੱਲ ਨਾ ਲੱਗੇ। ਤਾਂ ਹੁਣ ਕਵੀ ਹੈ ਜਿਹੜਾ ਉਹ ਔਰਤ ਰੂਪ ਦੇ ਵਿੱਚ ਆਪਣੇ ਪਿਤਾ ਤੋਂ ਮੰਗ ਕਰਦਾ ਹੈ ਕਿ ਸਾਨੂੰ ਇੱਕ ਫੁੱਲ ਹੈ ਜਿਹੜਾ ਉਹ ਲੈ ਦੇ। ਨਾਲ ਹੀ ਕਵੀ ਹੈ ਜਿਹੜਾ ਉਹ ਕਹਿੰਦਾ ਹੈ ਕਿ ਇੰਨਾ ਤੇਰੀ ਜ਼ਮੀਨ ਜਾਇਦਾਦ, ਇੰਨੀ ਤੇਰੀ ਜਿਹੜੀ ਅਮੀਰੀ ਹੈ ਉਹ ਕਿਹੜੇ ਕੰਮ ਆਉਣੀ ਹੈ ਜੇਕਰ ਤੇਰੀਆਂ ਧੀਆਂ ਨੇ ਜਿਹੜੀਆਂ ਉਹ ਕੁਮਲਾ ਗਈਆਂ ਜਾਂ ਧੀਆਂ ਉਦਾਸ ਨੇ। ਇੰਨੇ ਤੇਰੇ ਕੋਲ ਸਾਧਨ ਨੇ, ਮਾਨ ਸਰੋਵਰ ਨੇ, ਪਰ ਤੇਰੀਆਂ ਧੀਆਂ ਨੇ ਜਿਹੜੀਆਂ ਉਹ ਹੰਸਨੀਆਂ ਰੂਪ ਦੇ ਵਿੱਚ ਪਿਆਸੀਆਂ ਨੇ, ਉਹਨਾਂ ਦੀ ਤੇ ਹੈ ਜਿਹੜੀ ਉਹ ਨਹੀਂ ਬੁਝੀ। ਤਾਂ ਫੇਰ ਜਿਹੜੀ ਤੂੰ ਉਹਨਾਂ ਨੂੰ ਚੋਗ ਖਿਲਾਰ ਕੇ ਦਿੱਤੀ ਹੋਈ ਹੈ, ਜਿਹੜੀਆਂ ਉਹ ਸੁੱਖ ਸੁਵਿਧਾਵਾਂ ਤੂੰ ਆਪਣੀਆਂ ਧੀਆਂ ਨੂੰ ਦਿੱਤੀਆਂ ਹੋਈਆਂ ਨੇ, ਉਹ ਕਿਸ ਕੰਮ ਨੇ ਜੇਕਰ ਤੂੰ ਉਹਨਾਂ ਦੇ ਲਈ ਉਹ ਸੋਹਣੀ ਰੁੱਤ ਹੈ ਜਿਹੜੀ ਉਹ ਮੁੱਲ ਨਹੀਂ ਲੈ ਕੇ ਦੇ ਸਕਦਾ। ਇਹ ਉਹ ਰੁੱਤ ਹੈ ਜਦੋਂ ਕਪਾਹਾਂ ਨੂੰ ਫੁੱਲ ਪੈਂਦੇ ਨੇ। ਤਾਂ ਬੱਚਿਓ, ਇਹ ਸੀ ਇਸ ਕਵਿਤਾ ਦੀ ਵਿਆਖਿਆ। ਤਾਂ ਇਸ ਕਵਿਤਾ ਦਾ ਕੇਂਦਰੀ ਭਾਵ ਹੈ ਜਿਹੜਾ ਉਹ ਕੀ ਹੋਵੇਗਾ? ਇਸ ਕਵਿਤਾ ਦਾ ਕੇਂਦਰੀ ਭਾਵ ਹੈ ਕਿ ਕਵੀ ਇਸ ਰੁੱਤ ਦੀ ਮੰਗ ਕਰਦਾ ਹੈ ਆਪਣੇ ਪਿਤਾ ਦੇ ਕੋਲੋਂ, ਜਿਸ ਰੁੱਤ ਦੇ ਵਿੱਚ ਉਸਨੇ ਬਹੁਤ ਸੋਹਣੇ ਸੁਪਨੇ ਆਪਣੇ ਵਰ ਦੇ ਲਈ ਦੇਖੇ ਸੀ, ਪਰ ਉਸ ਦੇ ਸੁਪਨੇ ਪੂਰੇ ਨਾ ਹੋਏ ਕਿਉਂਕਿ ਉਸ ਨੂੰ ਮਨ ਚਾਹਿਆ ਵਰ ਨਾ ਪ੍ਰਾਪਤ ਹੋ ਸਕਿਆ। ਤੇ ਉਹ ਪਿਤਾ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਇਹ ਰੁੱਤ ਹੈ ਜਿਹੜੀ ਉਹ ਖਰੀਦ ਕੇ ਦੇਵੇ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸੱਚ ਕਰ ਸਕੇ। ਅਗਲੀ ਕਵਿਤਾ ਹੈ ਜਿਹੜੀ ਉਹ ਹੈ ਆਰਤੀ। ਬਹੁਤ ਹੀ ਖੂਬਸੂਰਤ ਕਵਿਤਾ ਹੈ। ਪਹਿਲਾਂ ਅਸੀਂ ਇਹ ਸਾਰਾ ਕਵਿਤਾ ਪਾਠ ਕਰਦੇ ਹਾਂ। ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ, ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ। ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ, ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਚਿਣਾ ਆਵੇ, ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ। ਜੋ ਲੁੱਟ ਜਾਵੇ ਤੇ ਮੁੜ ਵੀ ਯਾੜੇ ਦੇ ਸਥਰੀ ਗਾਵੇ। ਚਿੜੀ ਦੇ ਖੰਭ ਦੀ ਲਲਕਾਰ 100 ਬਾਜਾਂ ਨੂੰ ਖਾ ਜਾਵੇ। ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ। ਮੇਰਾ ਹਰ ਗੀਤ ਬੁਝਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ। ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ। ਮੇਰੇ ਗੀਤਾਂ ਦੀ ਮਹਿਫਿਲ ਚੋਂ ਕੋਈ ਉਹ ਗੀਤ ਨਹੀਂ ਲੱਭਦਾ ਜੋ ਤੇਰੇ ਸੀਸ ਮੰਗਣ ਤੇ ਤੇਰੇ ਸਾਹਵੇਂ ਖੜਾ ਹੋਵੇ। ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ। ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ। ਕਿ ਜਿਸ ਨੂੰ ਪੀੜ ਤਾਂ ਕਿ ਜਿਸ ਨੂੰ ਅਹਿਸਾਸ ਨਾ ਛੋਵੇ। ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ। ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਜ ਜਾਵਾਂ। ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾ ਹਾਂ ਕਿ ਉਹ ਹੋਵੇ। ਜਿਹਦੇ ਹੱਥ ਸੱਚ ਦੀ ਤਲਵਾਰ ਤੇ ਨੈਣਾਂ 'ਚ ਰੋਹ ਹੋਵੇ। ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ। ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਹ ਹੋਵੇ। ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ। ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਤੇ ਆਵਾਂ। ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ। ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ। ਤੇਰੀ ਹਰ ਪੀੜ ਚੁੰਮ ਆਵਾਂ। ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ। ਮੈਂ ਲੋਹਾ ਪੀਣ ਦੀ ਆਦਤ ਜਰਾ ਗੀਤਾਂ ਨੂੰ ਪਾ ਆਵਾਂ। ਮੈਂ ਸ਼ਾਇਦ ਫੇਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ। ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ। ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ। ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ। ਤਾਂ ਬੱਚਿਓ, ਇਹ ਕਵਿਤਾ ਹੈ ਜਿਹੜੀ ਆਰਤੀ, ਤਾਂ ਇਹ ਆਰਤੀ ਹੈ ਜਿਹੜੀ ਸਾਰੀ ਕਵਿਤਾ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿਹਦੇ ਬਾਰੇ ਲਿਖੀ ਗਈ ਹੈ। ਤਾਂ ਇਹ ਕਵਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦੇ ਵਿੱਚ ਲਿਖੀ ਗਈ ਹੈ। ਤਾਂ ਸ਼ਿਵ ਕੁਮਾਰ ਬਟਾਲਵੀ ਹੈ ਜਿਹੜਾ ਉਹ ਆਰਤੀ ਗਾਉਣਾ ਚਾਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਪਰ ਉਹਨੂੰ ਸ਼ਬਦ ਨਹੀਂ ਮਿਲਦੇ। ਤਾਂ ਅਸੀਂ ਇਸ ਕਵਿਤਾ ਦੀ ਵਿਆਖਿਆ ਕਰਦੇ ਹਾਂ। ਤਾਂ ਇਸ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਆਪਣੇ ਕਿਸ ਹੰਝੂ ਨੂੰ ਦੀਵਾ ਬਣਾਵਾਂ ਤਾਂ ਜੋ ਉਹ ਦੀਵਾ ਬਾਲ ਕੇ ਤੇਰੀ ਆਰਤੀ ਗਾਈ ਜਾ ਸਕੇ। ਮੈਂ ਆਪਣੇ ਕਿਹੜੇ ਸ਼ਬਦ ਹੈ ਜਿਹੜੇ ਉਹਨਾਂ ਦੀ ਵਰਤੋਂ ਕਰਾਂ ਕਿ ਮੈਂ ਇੱਕ ਗੀਤ ਬਣਾ ਸਕਾਂ ਤਾਂ ਜੋ ਮੈਂ ਤੇਰੇ ਦਰਵਾਜ਼ੇ ਤੇ ਆ ਕੇ ਉਹ ਗੀਤ ਤੇਰੀ ਉਸਤਤ ਦੇ ਵਿੱਚ ਗਾ ਸਕਾਂ। ਮੇਰਾ ਕੋਈ ਵੀ ਗੀਤ ਅਜਿਹਾ ਨਹੀਂ ਜੋ ਤੇਰੀ ਸ਼ਖਸੀਅਤ ਤੇ ਮੇਚ ਹੋਵੇ। ਕਿਉਂ ਸ਼ਖਸੀਅਤ ਤੇ ਮੇਚ ਨਹੀਂ? ਕਿਉਂਕਿ ਮੇਰਾ ਕੋਈ ਵੀ ਗੀਤ ਬਾਜ਼ਾਰ ਦੇ ਵਿੱਚ ਜਾ ਕੇ ਆਪਣਾ ਸਿਰ ਹੈ ਜਿਹੜਾ ਉਹ ਕੁਰਬਾਨ ਨਹੀਂ ਕਰ ਸਕਦਾ। ਮੇਰਾ ਕੋਈ ਵੀ ਗੀਤ ਤੇਰੇ ਵਾਂਗ ਆਪਣੇ ਜਿਹੜੇ ਬੱਚੇ ਹੈ ਉਹਨਾਂ ਨੂੰ ਨੀਹਾਂ ਦੇ ਵਿੱਚ ਨਹੀਂ ਚਿਣਵਾ ਸਕਦਾ। ਮੇਰਾ ਕੋਈ ਵੀ ਸ਼ਬਦ ਅਜਿਹਾ ਨਹੀਂ, ਇੰਨਾ ਬਹਾਦਰ ਨਹੀਂ ਕਿ ਜਿਸ ਨੂੰ ਇਹ ਆਦਤ ਹੋਵੇ ਕਿ ਉਹ ਪੂਰੀ ਤਰ੍ਹਾਂ ਨਾਲ ਲੁੱਟ ਜਾਵੇ, ਪਰ ਫਿਰ ਵੀ ਉਹ ਪਿਆ ਹੋਇਆ ਕੰਡਿਆਂ ਤੇ ਰੱਬ ਦਾ ਨਾਂ ਹੈ ਜਿਹੜਾ ਉਸ ਨੂੰ ਧਿਆ ਸਕੇ। ਤਾਂ ਬੱਚਿਓ, ਇੱਥੇ ਕਵੀ ਹੈ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਸਿਰਫ ਤੇਰੀ ਇੱਕ ਲਲਕਾਰ ਦੇ ਨਾਲ ਚਿੜੀਆਂ ਨੇ ਜਿਹੜੀਆਂ ਉਹਨਾਂ ਨੇ ਮਿਲ ਕੇ ਬਾਜ ਨੂੰ ਮਾਤ ਦਿੱਤੀ। ਮੈਂ ਕਿਸ ਤਰ੍ਹਾਂ ਨਾਲ ਆਪਣੇ ਗੀਤ ਨੂੰ ਉਹ ਬਹਾਦਰੀ ਭਰਿਆ ਦਰਜਾ ਦੇ ਦੇਵਾਂ
ਕਿਉਂਕਿ ਮੇਰਾ ਤਾਂ ਹਰ ਗੀਤ ਹੈ ਜਿਹੜਾ ਉਹ ਡਰਪੋਕ ਹੈ, ਬੁਜ਼ਦਿਲ ਹੈ। ਮੈਂ ਅੱਜ ਕਿਹੜਾ ਗੀਤ ਗਾਵਾਂ ਤੇ ਆਪਣੇ ਕਿਹੜੇ ਬੋਲ ਲੈ ਕੇ ਮੈਂ ਤੇਰੇ ਦਰਵਾਜ਼ੇ ਤੱਕ ਆਵਾਂ। ਮੈਂ ਆਪਣੇ ਸਾਰੇ ਗੀਤ ਹੈ ਜਿਹੜੇ ਉਹ ਦੇਖ ਚੁੱਕਿਆ, ਉਹਨਾਂ ਦੀ ਮਹਿਫਿਲ ਦੇ ਵਿੱਚ ਜਾ ਚੁੱਕਿਆ, ਪਰ ਮੈਨੂੰ ਕੋਈ ਵੀ ਅਜਿਹਾ ਗੀਤ ਨਹੀਂ ਲੱਭਦਾ ਜੋ ਤੇਰੇ ਇੱਕ ਵਾਰ ਕੁਰਬਾਨੀ ਮੰਗਣ ਤੇ ਤੇਰੇ ਸਾਹਮਣੇ ਖੜਾ ਹੋ ਜਾਵੇ, ਜੋ ਤੇਰੇ ਇੱਕ ਵਾਰ ਕਹਿਣ ਤੇ ਜਿਹੜਾ ਆਪਣੀ ਕੁਰਬਾਨੀ ਦੇ ਕੇ ਤਲਵਾਰ ਦੀ ਪਿਆਸ ਹੈ ਜਿਹੜੀ ਉਸ ਨੂੰ ਬੁਝਾ ਸਕੇ। ਮੇਰਾ ਕੋਈ ਗੀਤ ਅਜਿਹਾ ਨਹੀਂ ਜਿਸ ਦੇ ਮਰਨ ਪਿੱਛੋਂ ਉਸ ਨੂੰ ਕੋਈ ਸ਼ਬਦ ਹੈ ਜਿਹੜਾ ਉਹ ਰੋਵੇ ਨਾ, ਉਹਨੂੰ ਕੋਈ ਪੀੜ ਨਾ ਹੋਵੇ, ਪੀੜ ਦਾ ਅਹਿਸਾਸ ਨਾ ਹੋਵੇ। ਮੇਰਾ ਕੋਈ ਗੀਤ ਅਜਿਹਾ ਨਹੀਂ ਜਿਹੜਾ ਦੁੱਖਾਂ ਨੂੰ ਸਹਿ ਸਕੇ। ਤਾਂ ਮੈਂ ਕਿੱਥੋਂ ਅਜਿਹਾ ਗੀਤ ਲੈ ਕੇ ਆਵਾਂ, ਕਿਉਂਕਿ ਮੇਰੇ ਸਾਰੇ ਗੀਤਾਂ ਦੇ ਵਿੱਚ ਤਾਂ ਮੇਰੀ ਨਿਜਤਾ ਦੀ ਪੀੜਾ ਬਿਆਨ ਹੋਈ ਹੈ। ਇਸ ਅਹਿਸਾਸ ਕੋਲੋਂ ਮੈਂ ਦੂਰ ਕਿਵੇਂ ਜਾਵਾਂ। ਮੈਂ ਤੇਰੀ ਪ੍ਰਸ਼ੰਸਾ ਦਾ ਗੀਤ ਚਾਹੁੰਦਾ ਹਾਂ ਕਿ ਉਹ ਕਿਸ ਤਰ੍ਹਾਂ ਦਾ ਹੋਵੇ ਜਿਸ ਦੇ ਨਾਲ ਤੇਰੀ ਆਰਤੀ ਗਾਈ ਜਾ ਸਕੇ, ਜੋ ਤੇਰੇ ਵਾਂਗ ਹੀ ਸੱਚ ਦਾ ਸਾਥ ਦੇ ਸਕੇ, ਜਿਹਦੇ ਨੈਣਾਂ ਦੇ ਵਿੱਚ ਰੋਬ ਹੋਵੇ, ਜਿਹੜਾ ਆਪਣੇ ਦੇਸ਼ ਲਈ, ਆਪਣੇ ਦੇਸ਼ ਦੀ ਮਿੱਟੀ ਦੇ ਲਈ ਮਰ ਮਿਟੇ, ਉਹਦੇ ਲਈ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੋਵੇ, ਜਿਹਦੇ ਵਿੱਚ ਤੇਰੇ ਲਹੂ ਦੀ ਲਾਲੀ ਰਲੀ ਹੋਈ ਹੋਵੇ, ਜੋ ਤੈਨੂੰ ਪ੍ਰਮਾਣ ਕਰੇ, ਜੋ ਤੇਰੇ ਅੱਗੇ ਸਿਰ ਝੁਕਾਵੇ। ਮੈਂ ਆਪਣੇ ਲਹੂ ਦਾ ਟਿੱਕਾ ਆਪਣੇ ਗੀਤ ਨੂੰ ਨਹੀਂ ਲਾ ਸਕਦਾ, ਕਿਉਂਕਿ ਮੇਰਾ ਗੀਤ ਹੈ ਜਿਹੜਾ ਉਹ ਮੇਰੇ ਵਾਂਗ ਹੀ ਹੈ। ਮੇਰੇ ਸਾਰੇ ਗੀਤ ਡਰਪੋਕ ਨੇ, ਮੈਂ ਇਹਨਾਂ ਨੂੰ ਲੈ ਕੇ ਤੇਰੇ ਦਰਵਾਜ਼ੇ ਤੇ ਨਹੀਂ ਆ ਸਕਦਾ। ਤਾਂ ਇਸ ਕਵਿਤਾ ਦੇ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਚਾਹੁੰਦਾ ਕਿ ਮੈਂ ਤੇਰੀ ਆਰਤੀ ਹੈ ਜਿਹੜੀ ਉਹ ਗਾਵਾਂ। ਇਹਦੇ ਲਈ ਮੈਨੂੰ ਆਪਣੇ ਸ਼ਬਦ ਹੈ ਜਿਹੜੇ ਉਹਨਾਂ ਨੂੰ ਪਵਿੱਤਰ ਕਰਨਾ ਪਵੇਗਾ। ਉਹਦੇ ਲਈ ਪਹਿਲਾਂ ਆਪਣੀ ਜ਼ੁਬਾਨ ਨੂੰ, ਆਪਦੇ ਆਪ ਨੂੰ ਪਵਿੱਤਰ ਕਰਨਾ ਪਵੇਗਾ। ਤਾਂ ਮੈਂ ਹੁਣ ਇਹ ਚਾਹੁੰਦਾ ਕਿ ਮੇਰੇ ਸਾਰੇ ਸ਼ਬਦ ਹੈ ਜਿਹੜੇ ਉਹ ਪਵਿੱਤਰ ਹੋ ਜਾਣ। ਜਦ ਤੱਕ ਮੈਂ ਇਹ ਯਤਨ ਕਰਦਾ ਉਦੋਂ ਤੱਕ ਮੇਰੇ ਮਨ ਦੇ ਵਿੱਚ ਇੱਛਾ ਹੈ ਕਿ ਮੈਂ ਤੇਰੇ ਦਰਦ ਨੂੰ ਸਮਝਾਂ। ਤੇਰੀ ਹਰ ਪੈੜ ਹੈ ਜਿਹੜੀ ਉਹਦੇ ਤੇ ਇੱਕ ਸੂਰਜ ਹੈ ਜਿਹੜਾ ਜੋ ਸਾਰਿਆਂ ਨੂੰ ਰੋਸ਼ਨੀ ਦੇ ਸਕੇ, ਉਹ ਜਗਾ ਕੇ ਆਵਾਂ। ਮੈਂ ਆਪਣੇ ਗੀਤਾਂ ਨੂੰ ਜਰਨ ਦੀ, ਬਰਦਾਸ਼ਤ ਕਰਨ ਦੀ ਆਦਤ ਹੈ ਜਿਹੜੀ ਉਹ ਪਾ ਲਵਾਂ। ਸ਼ਾਇਦ ਫੇਰ ਮੈਂ ਥੋੜਾ ਬਹੁਤ ਯੋਗ ਹੋ ਸਕਾਂ ਤੈਨੂੰ ਕੁਝ ਭੇਟ ਕਰਨ ਦੇ। ਫਿਲਹਾਲ ਮੈਂ ਆਪਣੇ ਡਰਪੋਕ ਗੀਤ ਲੈ ਕੇ ਤੇਰੇ ਦਰਵਾਜ਼ੇ ਤੇ ਨਹੀਂ ਆ ਸਕਦਾ। ਮੈਂ ਆਪਣੇ ਗੀਤ ਹੈ ਜਿਹੜੇ ਉਹ ਉਹਨਾਂ ਦੇ ਨਾਲ, ਉਹਨਾਂ ਦੀ ਮਦਦ ਦੇ ਨਾਲ ਤੇਰੀ ਉਸਤਤ ਹੈ ਜਿਹੜੀ ਉਹ ਅੱਜ ਨਹੀਂ ਗਾ ਸਕਦਾ, ਕਿਉਂਕਿ ਮੇਰੇ ਸਾਰੇ ਗੀਤ ਹੈ ਜਿਹੜੇ ਉਹ ਬੁਜ਼ਦਿਲ ਨੇ। ਤਾਂ ਬੱਚਿਓ, ਇਸ ਕਵਿਤਾ ਦਾ ਕੇਂਦਰੀ ਭਾਵ ਹੈ ਜਿਹੜਾ ਉਹ ਇਹ ਹੋਵੇਗਾ ਕਿ ਇਸ ਕਵਿਤਾ ਦੇ ਵਿੱਚ ਕਵੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਗਾਉਂਦਾ ਹੋਇਆ ਇਹ ਦੱਸਦਾ ਹੈ ਕਿ ਉਸ ਦਾ ਕੋਈ ਵੀ ਗੀਤ ਅਜਿਹਾ ਨਹੀਂ ਜਿਸ ਦੀ ਸਹਾਇਤਾ ਦੇ ਨਾਲ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦਾ ਸੰਪੂਰਨ ਵਰਣਨ ਕਰ ਸਕੇ, ਕਿਉਂਕਿ ਇਹ ਸ਼ਖਸੀਅਤ ਇੰਨੀ ਉੱਚੀ ਤੇ ਸੁੱਚੀ ਹੈ, ਜਦੋਂ ਉਹ ਉਸ ਦਾ ਵਰਣਨ ਕਰਨ ਲੱਗਦਾ ਹੈ ਤਾਂ ਉਹਨੂੰ ਸ਼ਬਦ ਨਹੀਂ ਮਿਲਦੇ, ਕਿਉਂਕਿ ਉਸ ਦੇ ਸ਼ਬਦ ਨੇ ਜਿਹੜੇ ਉਹ ਇਸ ਸ਼ਖਸੀਅਤ ਦੇ ਬਰਾਬਰ ਦੇ ਨਹੀਂ। ਉਸ ਦੇ ਸ਼ਬਦ, ਉਸ ਦੇ ਗੀਤ ਬਹੁਤ ਬੁਜ਼ਦਿਲ ਨੇ, ਬਹੁਤ ਡਰਪੋਕ ਨੇ, ਜਦਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਹੈ ਜਿਹੜੀ ਉਹ ਬਹੁਤ ਹੀ ਉੱਚੀ ਸੁੱਚੀ ਤੇ ਪਾਕ ਪਵਿੱਤਰ ਹੈ। ਅਗਲੀ ਕਵਿਤਾ ਹੈ ਜਿਹੜੀ ਉਹ ਹੈ ਬੱਚਿਓ ਢੋਲ ਵਜਾਓ। ਤਾਂ ਇਹ ਕਵਿਤਾ ਪਾਠ ਕਰਦੇ ਹਾਂ ਪਹਿਲਾਂ ਆਪਾਂ। ਢੋਲ ਵਜਾਓ ਕਰੋ ਮੁਨਾਦੀ, ਬਰਬਾਦੀ ਪਈ ਕਰੇ ਆਬਾਦੀ,
ਰਗੜ ਬੀਜੇ ਬੰਜਰ ਵਾਇਆ, ਮੋੜ ਮੋੜ ਤੇ ਡੈਮ ਬਣਾਇਆ, ਦੂਣਾ ਚੌਣਾ ਅੰਨ ਉਗਾਇਆ, ਫਿਰ ਵੀ ਉਹ ਪੂਰਾ ਨਾ ਆਇਆ। ਢੋਲ ਵਜਾਓ ਕਰੋ ਮੁਨਾਦੀ, ਬਰਬਾਦੀ ਪਈ ਕਰੇ ਆਬਾਦੀ। ਪਰਬਤ ਚੀਰ ਬਣਾਈਆਂ ਨਹਿਰਾਂ, ਬਿਜਲੀ ਕੱਢੀ ਰਿੜਕੀਆਂ ਲਹਿਰਾਂ, ਫਰਕ ਮਿਟਾਇਆ ਪਿੰਡਾਂ ਸ਼ਹਿਰਾਂ, ਪਰ ਨਾ ਹੋਈਆਂ ਲਹਿਰਾਂ ਬਹਿਰਾਂ। ਢੋਲ ਵਜਾਓ ਕਰੋ ਮੁਨਾਦੀ, ਬਰਬਾਦੀ ਪਈ ਕਰੇ ਆਬਾਦੀ। ਸੁਣਿਓ ਸੁਣਿਓ ਲੋਕੋ ਲੋਕੋ, ਕੁਝ ਤਾਂ ਸਮਝੋ ਕੁਝ ਤਾਂ ਸੋਚੋ, ਮੱਥਿਆਂ ਦੇ ਵਿੱਚ ਕਿੱਲ ਨਾ ਠੋਕੋ, ਵੱਧਦੀ ਆਬਾਦੀ ਨੂੰ ਰੋਕੋ। ਢੋਲ ਵਜਾਓ ਕਰੋ ਮੁਨਾਦੀ, ਬਰਬਾਦੀ ਪਈ ਕਰੇ ਆਬਾਦੀ। ਤਾਂ ਇਹ ਕਵਿਤਾ ਹੈ ਜਿਹੜੀ, ਇਸ ਨੂੰ ਸੁਣ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਵਿਤਾ ਵੱਧਦੀ ਹੋਈ ਆਬਾਦੀ ਦੇ ਬਾਰੇ ਹੈ, ਕਿ ਇਸ ਸੰਸਾਰ ਦੇ ਵਿੱਚ ਆਬਾਦੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਤਾਂ ਹੁਣ ਆਪਾਂ ਇਸ ਕਵਿਤਾ ਦੀ ਵਿਆਖਿਆ ਕਰਦੇ ਹਾਂ। ਤਾਂ ਇਸ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ, ਉਹ ਕਹਿੰਦਾ ਹੈ ਕਿ ਢੋਲ ਵਜਾ ਵਜਾ ਕੇ ਸਾਰੀ ਦੁਨੀਆ ਨੂੰ ਚੇਤਨ ਕਰੋ ਕਿ ਵੱਧਦੀ ਹੋਈ ਆਬਾਦੀ ਹੈ ਜਿਹੜੀ ਉਹ ਸਾਡੇ ਲਈ ਬਰਬਾਦੀ ਲੈ ਕੇ ਆ ਰਹੀ ਹੈ। ਅਸੀਂ ਬੜੀ ਮੁਸ਼ਕਲ ਦੇ ਨਾਲ ਬੰਜਰ ਜ਼ਮੀਨਾਂ ਨੂੰ ਵਾਹਿਆ ਸੀ, ਅਸੀਂ ਪਾਣੀ ਦੇ ਵਹਿਣ ਨੂੰ ਮੋੜ ਮੋੜ ਕੇ ਡੈਮ ਬਣਾਏ, ਉੱਨਤੀ ਕੀਤੀ। ਤਾਂ ਅਸੀਂ ਆਪਣੀ ਸਮਰੱਥਾ ਤੋਂ ਦੁੱਗਣਾ ਚਾਰ ਗੁਣਾ ਅੰਨ ਉਗਾਇਆ, ਪਰ ਫਿਰ ਵੀ ਇਹ ਅੰਨ ਹੈ ਜਿਹੜਾ ਉਹ ਆਬਾਦੀ ਦੇ ਪੂਰਾ ਨਹੀਂ ਆਉਂਦਾ, ਘਟ ਜਾਂਦਾ ਹੈ। ਇਸ ਲਈ ਢੋਲ ਵਜਾ ਕੇ ਸਾਰੀ ਦੁਨੀਆ ਨੂੰ ਦੱਸੋ ਕਿ ਆਬਾਦੀ ਹੈ ਜਿਹੜੀ ਉਹ ਵੱਧ ਰਹੀ ਹੈ, ਜਨਸੰਖਿਆ ਵੱਧ ਰਹੀ ਹੈ, ਤੇ ਇਹ ਜਨਸੰਖਿਆ ਹੈ ਜਿਹੜੀ ਉਹ ਸਾਡੀ ਤਰੱਕੀ ਨੂੰ ਖਾ ਰਹੀ ਹੈ। ਅਸੀਂ ਪਰਬਤਾਂ ਨੂੰ ਚੀਰ ਕੇ ਨਹਿਰਾਂ ਬਣਾਈਆਂ ਤਾਂ ਜੋ ਅਸੀਂ ਖੁਸ਼ਹਾਲ ਭਾਰਤ ਹੈ ਜਿਹੜਾ ਉਹਦੀ ਸਿਰਜਣਾ ਕਰ ਸਕੀਏ। ਅਸੀਂ ਇਹਨਾਂ ਦੇ ਵਿੱਚੋਂ ਬਿਜਲੀ ਬਣਾਈ, ਜਿਸ ਦੇ ਨਾਲ ਪਿੰਡ ਹੈ ਜਿਹੜੇ ਉਹਨਾਂ ਨੇ ਵੀ ਉੱਨਤੀ ਕਰ ਲਈ, ਪਿੰਡਾਂ ਸ਼ਹਿਰਾਂ ਦੇ ਵਿੱਚ ਕੋਈ ਫਰਕ ਨਾ ਰਿਹਾ। ਪਰ ਫਿਰ ਵੀ ਇਹ ਉੱਨਤੀ ਕਿਧਰੇ ਦਿਖਾਈ ਨਹੀਂ ਦਿੰਦੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਲਹਿਰਾਂ ਬਹਿਰਾਂ ਨਹੀਂ ਹੋਈਆਂ। ਇਹਦਾ ਇੱਕੋ ਹੀ ਕਾਰਨ ਹੈ ਕਿ ਜਨਸੰਖਿਆ ਵੱਧ ਰਹੀ ਹੈ। ਇਸ ਲਈ ਢੋਲ ਵਜਾ ਕੇ ਸਾਰੀ ਦੁਨੀਆ ਨੂੰ ਇਹ ਦੱਸੋ ਕਿ ਵੱਧਦੀ ਹੋਈ ਆਬਾਦੀ ਹੈ ਜਿਹੜੀ ਇਹ ਸਾਨੂੰ ਬਰਬਾਦ ਕਰ ਰਹੀ ਹੈ। ਸਾਰੇ ਲੋਕ ਇਹ ਗੱਲ ਸੁਣ ਲੈਣ, ਸਾਰੇ ਲੋਕ ਸੁਣ ਕੇ ਕੁਝ ਸੋਚਣ ਤੇ ਸਮਝਣ। ਜੇ ਸਾਡੀ ਜਨਸੰਖਿਆ ਹੈ ਜਿਹੜੀ ਉਹ ਵੱਧ ਰਹੀ ਹੈ ਤਾਂ ਅਸੀਂ ਆਪਣੀ ਕਿਸਮਤ ਨੂੰ ਆਪ ਹੀ ਖਰਾਬ ਕਰ ਰਹੇ ਹਾਂ, ਅਸੀਂ ਆਪਣੇ ਆਪ ਨੂੰ ਬਰਬਾਦੀ ਦੇ ਵੱਲ ਆਪ ਹੀ ਲੈ ਕੇ ਜਾ ਰਹੇ ਹਾਂ। ਇਸ ਲਈ ਇਸ ਵੱਧਦੀ ਹੋਈ ਆਬਾਦੀ ਨੂੰ ਰੋਕਣਾ ਚਾਹੀਦਾ ਹੈ। ਜਿੰਨਾ ਹੋ ਸਕੇ ਉਨਾ ਸਾਰੀ ਦੁਨੀਆ ਤੱਕ ਇਹ ਸੰਦੇਸ਼ ਪਹੁੰਚਾਈਏ ਅਸੀਂ ਕਿ ਵੱਧਦੀ ਹੋਈ ਆਬਾਦੀ ਹੈ ਜਿਹੜੀ ਉਹ ਸਾਨੂੰ ਬਰਬਾਦ ਕਰ ਰਹੀ ਹੈ। ਤਾਂ ਬੱਚਿਓ, ਇਸ ਕਵਿਤਾ ਢੋਲ ਵਜਾਓ ਦਾ ਕੇਂਦਰੀ ਭਾਵ ਹੋਵੇਗਾ ਕਿ ਕਵੀ ਇਸ ਕਵਿਤਾ ਦੇ ਰਾਹੀਂ ਸਾਰੀ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਸਾਡੀ ਵੱਧਦੀ ਹੋਈ ਜਨਸੰਖਿਆ ਸਾਡੀ ਤਰੱਕੀ ਦੇ ਰਾਹ ਦੇ ਵਿੱਚ ਰੋੜਾ ਹੈ। ਤਾਂ ਇਸ ਲਈ ਹਰ ਵਿਅਕਤੀ ਤੱਕ ਇਹ ਸੰਦੇਸ਼ ਪਹੁੰਚਣਾ ਚਾਹੀਦਾ ਹੈ ਕਿ ਵੱਧਦੀ ਹੋਈ ਜਨਸੰਖਿਆ ਹੈ ਜਿਹੜੀ ਉਹ ਸਾਨੂੰ ਬਰਬਾਦੀ ਦੇ ਵੱਲ ਲੈ ਕੇ ਜਾ ਰਹੀ ਹੈ। ਤਾਂ ਬੱਚਿਓ, ਇਹ ਸਾਡੀਆਂ 3 ਕਵਿਤਾਵਾਂ ਸੀ। ਇਹਨਾਂ ਕਵਿਤਾਵਾਂ ਦਾ ਅਸੀਂ ਕਵਿਤਾ ਪਾਠ ਕੀਤਾ, ਉਸ ਤੋਂ ਬਾਅਦ ਉਹਨਾਂ ਦੀ ਵਿਆਖਿਆ ਕੀਤੀ ਤੇ ਉਹਨਾਂ ਦੇ ਕੇਂਦਰੀ ਭਾਵ ਹੈ ਜਿਹੜੇ ਉਹ ਸਮਝਣ ਦੀ ਕੋਸ਼ਿਸ਼ ਕੀਤੀ। ਤਾਂ ਜਦੋਂ ਤੁਸੀਂ ਪਾਠ ਪੁਸਤਕ ਤੋਂ ਇਹਨਾਂ ਦੀ ਵਿਆਖਿਆ ਪੜ੍ਹਨ ਦੀ ਕੋਸ਼ਿਸ਼ ਕਰੋਗੇ ਤਾਂ ਜੇ ਤੁਹਾਨੂੰ ਕੋਈ ਸ਼ਬਦ ਹੈ ਜਿਹੜੇ ਉਹ ਸਮਝਣ ਦੇ ਵਿੱਚ ਔਖ ਹੋਵੇ ਤਾਂ ਪਿੱਛੇ ਅਭਿਆਸ ਦੇ ਵਿੱਚ ਅਰਥਾਵਲੀ ਦਿੱਤੀ ਹੋਈ ਹੈ ਪਾਠ ਪੁਸਤਕ ਦੇ ਵਿੱਚ, ਉੱਥੇ ਤੁਸੀਂ ਔਖੇ ਸ਼ਬਦਾਂ ਦੇ ਅਰਥ ਹੈ ਜਿਹੜੇ ਉਹ ਸਮਝ ਸਕਦੇ ਹੋ, ਜਿਸ ਦੇ ਨਾਲ ਤੁਸੀਂ ਬੜੀ ਸੌਖੀ ਤਰ੍ਹਾਂ ਨਾਲ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਸਕਦੇ ਹੋ। ਤੁਹਾਨੂੰ ਪੇਪਰ ਦੇ ਵਿੱਚ ਇਕੱਲੀ ਵਿਆਖਿਆ ਵੀ ਪੁੱਛੀ ਜਾਊਗੀ, ਜਿਸ ਦੇ ਵਿੱਚ ਪ੍ਰਸੰਗ ਨਹੀਂ ਲਿਖਣਾ ਹੋਣਾ, ਤੁਸੀਂ ਤੁਕਾਂ ਦੀ ਇਕੱਲੀ ਵਿਆਖਿਆ ਜਿਹੜੀ ਉਹ ਕਰਨੀ ਹੋਊਗੀ। ਤਾਂ ਛੋਟੇ ਪ੍ਰਸ਼ਨ, ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾ ਸਕਦੇ ਹੈ,
ਉਦਾਹਰਨ ਵਜੋਂ ਆਰਤੀ ਕਵਿਤਾ ਕਿਹੜੇ ਸਿੱਖ ਗੁਰੂ ਸਾਹਿਬ ਨਾਲ ਸੰਬੰਧਿਤ ਹੈ? ਤਾਂ ਤੁਸੀਂ ਬੜੀ ਆਸਾਨੀ ਨਾਲ ਦੱਸ ਸਕਦੇ ਹੋ ਕਿ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਜਾਂ ਆਰਤੀ ਕਵਿਤਾ ਅਨੁਸਾਰ ਕਵੀ ਨੂੰ ਆਪਣਾ ਕੋਈ ਵੀ ਗੀਤ ਆਰਤੀ ਲਈ ਢੁਕਵਾਂ ਕਿਉਂ ਪ੍ਰਤੀਤ ਨਹੀਂ ਹੁੰਦਾ? ਤਾਂ ਉਸ ਨੂੰ ਆਪਣਾ ਕੋਈ ਵੀ ਗੀਤ ਆਰਤੀ ਲਈ ਢੁਕਵਾਂ ਇਸ ਲਈ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਸ ਦੇ ਸਾਰੇ ਜਿਹੜੇ ਸ਼ਬਦ ਨੇ, ਸਾਰੇ ਗੀਤ ਨੇ, ਉਹ ਡਰਪੋਕ ਨੇ, ਜਦ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਜਿਹੜੇ, ਉਹ ਬਹੁਤ ਹੀ ਬਹਾਦਰ ਪਰਮ ਆਤਮਾ ਸੀ। ਧੰਨਵਾਦ।